ਇੱਕ ਪਾਸੇ ਮਾਨ ਸਰਕਾਰ ਕਹਿੰਦੀ ਆ ਕਿ ਐਨਆਰਆਈਆਂ ਨਾਲ ਕੋਈ ਧੋਖਾ ਨਹੀਂ ਹੋਣ ਦਿੱਤਾ ਜਾਵੇਗਾ। ਐਨਆਰਆਈਆਂ ਲਈ ਨਵਾਂ ਲਾਅ ਲਿਆਉਣ ਦੀਆਂ ਗੱਲਾਂ ਚੱਲ ਰਹੀਆਂ ਨੇ। ਅਰਵਿੰਦਰ ਜੀ, ਕੀ ਧੋਖਾ ਹੋਇਆ ਜਿਹੜਾ ਤੁਸੀਂ ਅੱਜ ਇਹ ਗੁਹਾਰ ਲਗਾਈ ਅੱਜ ਸਰਕਾਰ ਮੂਰੇ ਕਿ ਉਸ ਨਹੀਂ ਸੁਣਵਾਈ ਕਰ ਰਹੀ? ਮੇਰੇ ਪੇਰੈਂਟਸ ਦਾ ਘਰ ਸੀਗਾ ਬਰੇਟਾ ਮੰਡੀ ਵਿੱਚ, ਜੋ ਉਹਨਾਂ ਕੋਲ 1981 ਤੋਂ ਸੀ, ਜਿਹਦੀ ਰਜਿਸਟਰੀ ਮੇਰੀ ਮਦਰ ਦੇ ਨਾਮ ਹੈ। ਕਮੇਟੀ ਸਾਨੂੰ ਕਿਰਾਇਆ ਵੀ ਦਿੰਦੀ ਰਹੀ ਹੈ, ਇੱਕ ਚੁੰਗੀ ਨਾਕੇ ਦੀ ਦੁਕਾਨ ਸਾਡੇ ਤੋਂ ਕਿਰਾਏ ਤੇ ਲੈ ਕੇ। 490 ਨੰਬਰ ਖਸਰੇ 'ਚ ਤਾਂ 50 ਕਨਾਲ ਆਉਂਦੇ ਨੇ, ਪਰ ਸਾਡਾ ਹੀ ਘਰ ਢਾਇਆ ਗਿਆ। ਦੂਸਰੀ ਗੱਲ, 2018 ਦੇ ਆਰਡਰ ਦੇ ਹਿਸਾਬ ਨਾਲ ਇਹਦਾ ਕਬਜ਼ਾ ਲਿਆ ਜਾਏ। ਡਿਮੋਲੀਸ਼ਨ ਦਾ ਉੱਤੇ ਕੋਈ ਮੈਂਸ਼ਨ ਨਹੀਂ ਹੈ। ਸਿਰਫ ਪੋਲੀਟੀਕਲ ਅਪੀਜ਼ਮੈਂਟ ਵਾਸਤੇ ਤੁਸੀਂ ਕਿਸੇ ਦਾ ਘਰ ਢਾਹ ਦਿਓ। ਕਿਹੜੀ ਪਾਵਰ ਹੈ ਕਿ ਉਹ ਪ੍ਰਾਈਵੇਟ ਲੋਕ ਆ ਕੇ ਉਹਨੂੰ ਡਿਮੋਲਿਸ਼ ਕਰਨ? ਇਹ ਸ਼ਰਾਰਤ ਇਹ ਕੁਝ ਐਮਸੀਆਂ ਨੇ ਕੀਤੀ ਹੈ। ਦਬੀ ਜ਼ਬਾਨ 'ਚ ਕਹਿੰਦੇ ਨੇ ਯਾਰ ਪ੍ਰੈਸ਼ਰ ਬਹੁਤ ਹੈ। ਹੁਣ ਮੈਨੂੰ ਨਹੀਂ ਸਮਝ ਆ ਰਹੀ ਵੀ ਕਿਹਦਾ ਪ੍ਰੈਸ਼ਰ ਹੈ ਜਾਂ ਕਿਉਂ ਹੈ। ਅਸੀਂ ਤੁਸੀਂ ਦੇਖ ਰਹੇ ਟੀਵੀ ਪੰਜਾਬ, ਮੈਂ ਤੁਹਾਡਾ ਨਾਲ ਜਸਪ੍ਰੀਤ ਸਿੰਘ ਆਸ਼ਕ। ਇੱਕ ਪਾਸੇ ਮਾਨ ਸਰਕਾਰ ਕਹਿੰਦੀ ਆ ਕਿ ਐਨਆਰਆਈਆਂ ਨਾਲ ਕੋਈ ਧੋਖਾ ਨਹੀਂ ਹੋਣ ਦਿੱਤਾ ਜਾਵੇਗਾ। ਹਰ ਇੱਕ ਧੋਖੇ ਧੜ ਕਰਨ ਵਾਲੇ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ, ਕਾਰਵਾਈ ਕੀਤੀ ਜਾਵੇਗੀ। ਐਨਆਰਆਈਆਂ ਲਈ ਨਵਾਂ ਲਾਅ ਲਿਆਉਣ ਦੀਆਂ ਗੱਲਾਂ ਚੱਲ ਰਹੀਆਂ ਨੇ। ਜਾਏ ਕਹੀਏ ਕਿ ਉਹਨਾਂ ਦੇ ਹੱਕ ਲੈਣ ਲਈ ਸੁਖਾਲਾ ਸਿਸਟਮ ਕਰਨ ਦੀਆਂ ਗੱਲਾਂ ਚੱਲਦੀਆਂ ਨੇ, ਪਰ ਉੱਥੇ ਹੀ ਐਨਆਰਆਈ ਦਰਬਦਰ ਭਟਕ ਰਹੇ ਨੇ ਆਪਣੇ ਹੱਕਾਂ ਨੂੰ ਲੈ ਕੇ। ਜਾਏ ਕਹੀਏ ਕਿ ਉਹਨਾਂ ਵੱਲੋਂ ਜਿਹੜੀਆਂ ਇੱਥੇ ਜ਼ਮੀਨਾਂ ਹੁੰਦੀਆਂ ਉਹਨਾਂ ਉੱਤੇ ਹੋਏ ਨਜਾਇਜ਼ ਕਬਜ਼ਿਆਂ ਨੂੰ ਲੈ ਕੇ, ਕਿਉਂਕਿ ਕਬਜ਼ੇ ਕੋਈ ਆਮ ਨਹੀਂ ਕਰਦੇ, ਕਿਸੇ ਨਾ ਕਿਸੇ ਪੋਲੀਟੀਕਲ ਪਾਰਟੀ ਦਾ ਹਿੱਸਾ ਰਹਿਣ ਵਾਲੇ ਲੋਕ ਕਬਜ਼ੇ ਕਰ ਜਾਂਦੇ ਨੇ। ਸਾਡੇ ਨਾਲ ਇੱਕ ਐਸੇ ਸ਼ਖਸ ਮੌਜੂਦ ਨੇ, ਡਾਕਟਰ ਅਰਵਿੰਦਰ ਸਿੰਘ। ਅਰਵਿੰਦਰ ਹੋਣਾ ਨਾਲ ਅਸੀਂ ਚਰਚਾ ਕਰਾਂਗੇ ਕਿ ਕੀ ਪੂਰਾ ਮਾਮਲਾ ਹੈ। ਐਨਆਰਆਈ ਨੇ, ਆਸਟ੍ਰੇਲੀਆ ਦੇ ਵਸਨੀਕ ਨੇ, ਪਰ ਇੱਥੇ ਇਹਨਾਂ ਨਾਲ ਵੱਡਾ ਧੋਖਾ ਹੋਇਆ। ਅਰਵਿੰਦਰ ਜੀ, ਕੀ ਧੋਖਾ ਹੋਇਆ ਜਿਹੜਾ ਤੁਸੀਂ ਅੱਜ ਇਹ ਗੁਹਾਰ ਲਗਾਈ ਅੱਜ ਸਰਕਾਰ ਮੂਰੇ ਕਿ ਉਸ ਨਹੀਂ ਸੁਣਵਾਈ ਕਰ ਰਹੀ? ਸਾਡੇ ਨਾਲ ਸਰ ਮੇਰੇ ਪੇਰੈਂਟਸ ਦਾ ਘਰ ਸੀਗਾ ਬਰੇਟਾ ਮੰਡੀ ਵਿੱਚ, ਜੋ ਉਹਨਾਂ ਕੋਲ 1981 ਤੋਂ ਸੀ, ਜਿਹਦੀ ਰਜਿਸਟਰੀ ਮੇਰੀ ਮਦਰ ਦੇ ਨਾਮ ਹੈ। ਉੱਥੋਂ ਦੇ ਸਾਰੇ ਨਕਸ਼ੇ ਕਮੇਟੀ ਨੇ ਪਾਸ ਕੀਤੇ ਹੋਏ ਨੇ। ਸਾਡੇ ਤੋਂ ਕਮੇਟੀ ਅੱਜ ਤੱਕ ਪ੍ਰਾਪਰਟੀ ਟੈਕਸ ਵੀ ਲੈਂਦੀ ਆਈ ਹੈ, ਔਰ ਕੁਝ ਸਾਲ ਪਹਿਲਾਂ ਤੱਕ ਇਹ ਡਿਸਪਿਊਟ ਹੋਣ ਤੱਕ ਕਮੇਟੀ ਸਾਨੂੰ ਕਿਰਾਇਆ ਵੀ ਦਿੰਦੀ ਰਹੀ ਹੈ, ਇੱਕ ਚੁੰਗੀ ਨਾਕੇ ਦੀ ਦੁਕਾਨ ਸਾਡੇ ਤੋਂ ਕਿਰਾਏ ਤੇ ਲੈ ਕੇ। ਇਹ ਮਸਲਾ ਉਦੋਂ ਸ਼ੁਰੂ ਹੋਇਆ ਜਦੋਂ ਰੇਲਵੇ ਲੈਂਡ ਜਿਹੜੀ ਸਾਡੇ ਬਾਉਂਡਰੀ ਦੇ ਨਾਲ ਹੈ, ਉਹ ਰੇਲਵੇ ਵਾਲਿਆਂ ਨੇ ਇੱਕ ਹੋਰ ਨਵਾਂ ਟਰੈਕ ਬਣਾਇਆ ਔਰ ਕੈਬਿਨ ਬਣਾਈ, ਔਰ ਸਾਈਡ ਤੋਂ ਜਾਣ ਵਾਲੀ ਗਲੀ ਤੰਗ ਹੋਈ। ਉਦੋਂ ਤੋਂ ਕੁਝ ਅਨਸਰਾਂ ਨੇ ਸ਼ੋਰ ਮਚਾਉਣਾ ਸ਼ੁਰੂ ਕੀਤਾ। ਅਸੀਂ ਇਸ ਮਾਮਲੇ ਨੂੰ ਸਿਵਲ ਕੋਰਟ 'ਚ ਲੈ ਗਏ 2013 'ਚ। 2017 'ਚ ਸਿਵਲ ਕੋਰਟ ਨੇ ਸਾਡੇ ਹੱਕ 'ਚ ਫੈਸਲਾ ਦਿੱਤਾ ਕਿ 762 ਨੰਬਰ ਪਲਾਟ ਦੀ ਮਲਕੀਅਤ ਮਹਿੰਦਰ ਕੌਰ ਜੋਸ਼ੀ ਦੇ ਨਾਮ ਹੈ। ਮਿਊਨਿਸਪਲ ਕਮੇਟੀ ਨੇ, ਨਗਰ ਕੌਂਸਲ ਨੇ ਇਹ ਫੈਸਲਾ ਚੈਲੰਜ ਸੈਸ਼ਨ ਕੋਰਟ 'ਚ ਕਰ ਦਿੱਤਾ। ਸੈਸ਼ਨ ਕੋਰਟ 'ਚ ਕੇਸ ਹਾਲੇ ਵੀ ਚੱਲ ਰਿਹਾ ਹੈ। ਇਹਦੀ ਲਾਸਟ ਤਰੀਕ 28 ਸਤੰਬਰ ਨੂੰ ਸੀ, ਔਰ ਅਗਲੀ ਤਰੀਕ ਮੇਰੇ ਖਿਆਲ 'ਚ 12 ਅਕਤੂਬਰ ਨੂੰ ਹੈ। ਇਹ ਮਾਮਲਾ ਬੀਇੰਗ ਸਬ ਜੁਡਿਸ, ਇਹਨਾਂ ਲੋਕਾਂ ਨੇ, ਜੋ ਇਹ ਐਮਸੀ ਪ੍ਰਧਾਨ ਗਾਂਧੀ ਰਾਮ ਤੇ ਬਾਕੀ ਹੋਰਾਂ ਨੇ, ਇਹਨਾਂ ਨੇ ਇੱਕ ਹੋਰ ਚਲਾਕੀ ਚੱਲੀ ਕਿ ਇਹਨਾਂ ਨੇ ਇੱਕ ਐਪਲੀਕੇਸ਼ਨ ਸ਼ੁਰੂ ਕਰਤੀ ਕਿ 490 ਨੰਬਰ ਖਸਰਾ ਸ਼ਾਮਲਾਟ ਲੈਂਡ ਹੈ, ਜੋ ਕਿ ਤੁਹਾਡਾ, ਜਿਹਨੂੰ ਕਮੇਟੀ ਪਹਿਲਾਂ ਤੋਂ ਰੈਂਟ ਤੇ ਵੀ ਲੈ ਚੁੱਕੀ ਹੈ। ਹਾਂਜੀ, ਜਿਹੜਾ ਸਾਡਾ ਆਪਣਾ ਮਕਾਨ ਹੈ। 490 ਨੰਬਰ ਖਸਰੇ 'ਚ ਤਾਂ 50 ਕਨਾਲ ਆਉਂਦੇ ਨੇ, ਪਰ ਸਾਡਾ ਹੀ ਘਰ ਢਾਇਆ ਗਿਆ। ਜਾਂ ਤਾਂ ਫਿਰ ਸਾਰੇ ਉਹ ਢਾਏ ਜਾਣ। ਦੂਸਰੀ ਗੱਲ, ਜਦੋਂ ਕੋਰਟ ਨੇ ਸਾਡੇ ਫੇਵਰ 'ਚ ਫੈਸਲਾ ਕਰ ਦਿੱਤਾ ਤਾਂ, ਔਰ ਅਗਲੀ ਕੋਰਟ 'ਚ ਕੇਸ ਚੱਲ ਰਿਹਾ ਹੈ, ਇੰਨੀ ਕੀ ਜਲਦੀ ਸੀ ਕਿ ਲੋਕਾਂ ਨੂੰ ਢਾਣ ਦੀ ਜ਼ਰੂਰਤ ਪੈ ਗਈ। ਦੂਸਰੀ ਗੱਲ, ਜੋ ਆਰਡਰ ਦਾ ਉਹਨਾਂ ਨੇ ਵੇਰਵਾ ਦਿੱਤਾ ਹੈ, ਉਹ ਆਰਡਰ ਹੈ ਕਿ 2018 ਦੇ ਆਰਡਰ ਦੇ ਹਿਸਾਬ ਨਾਲ ਇਹਦਾ ਕਬਜ਼ਾ ਲਿਆ ਜਾਏ। ਡਿਮੋਲੀਸ਼ਨ ਦਾ ਉੱਤੇ ਕੋਈ ਮੈਂਸ਼ਨ ਨਹੀਂ ਹੈ। ਫਿਰ ਉਹ ਕੌਣ ਲੋਕ ਨੇ ਔਰ ਉਹਨਾਂ ਦੀ ਕਿਹੜੀ ਪਾਵਰ ਹੈ ਕਿ ਉਹ ਪ੍ਰਾਈਵੇਟ ਲੋਕ ਆ ਕੇ ਉਹਨੂੰ ਡਿਮੋਲਿਸ਼ ਕਰਨ? ਕਿੰਨੀ ਜਗ੍ਹਾ ਟੋਟਲ ਕਿੰਨੀ ਹੈ? ਟੋਟਲ ਜਗ੍ਹਾ ਕਰੀਬਨ 2400 ਗਜ ਹੈ, ਔਰ ਇਹ 1/3 ਜਗ੍ਹਾ ਜਿਹੜੀ ਇਹਨਾਂ ਨੇ ਘੱਟੋ ਘੱਟ ਢਾਤੀ ਹੈ, ਔਰ ਘਰ ਦੇ ਉੱਤੇ ਇਹਨਾਂ ਨੇ ਸੀਲ ਲਗਾਤੀ ਹੈ। ਫੋਟੋਆਂ ਮੈਂ ਤੁਹਾਨੂੰ ਪ੍ਰੋਵਾਈਡ ਕਰਤੀਆਂ ਨੇ, ਮੇਰੇ ਕੋਲ ਵੀਡੀਓਜ਼ ਵੀ ਨੇ ਜਦੋਂ ਡਿਮੋਲਿਸ਼ ਕਰ ਰਹੇ ਨੇ। ਉਹ ਮੇਰੇ ਕੋਲ ਸਾਰਾ ਹੈ ਨਹੀਂ ਸੀ, ਜਿਆਦਾ ਕਰ ਰਹੇ ਸੀ, ਕੋਈ ਵੀ ਨਹੀਂ ਸੀ ਸਰ। ਮੈਂ ਆਸਟ੍ਰੇਲੀਆ 'ਚ ਰਹਿਣਾ, ਮੇਰੇ ਪੇਰੈਂਟਸ ਆਉਂਦੇ ਜਾਂਦੇ ਨੇ, ਪਰ ਪਿਛਲੇ 2-3 ਸਾਲ ਤੋਂ ਕਿਉਂਕਿ ਕੋਵਿਡ ਕਰਕੇ ਟਰੈਵਲਿੰਗ ਬੰਦ ਸੀ, ਇਸ ਕਰਕੇ ਨਹੀਂ ਆਏ। ਪਲੱਸ ਉਹਨਾਂ ਦੀ
ਸਿਹਤ ਕੁਛ ਉਹਨਾਂ ਨੂੰ ਟਰੈਵਲ ਦਾ ਇਜਾਜ਼ਤ ਨਹੀਂ ਦਿੰਦੀ, ਔਰ ਮੇਰੀ ਮਦਰ 79 ਪਲੱਸ ਨੇ, ਉਹਨਾਂ ਨੂੰ ਵੀ ਟਰੈਵਲ ਕਰਨਾ ਮੁਸ਼ਕਿਲ ਹੈ। ਤਾਂ ਹਲੇ ਉਹ ਇੱਥੇ ਰਹਿ ਨਹੀਂ ਰਹੇ ਸੀ ਪਿਛਲੇ 2.5 ਸਾਲ ਤੋਂ। ਜਦੋਂ ਦੇਖਿਆ ਗਿਆ ਕਿ ਘਰ ਖਾਲੀ ਖਾਲੀ ਹੈ, ਹੈ। ਸ਼ਿਕਾਰ ਲੱਭ ਗਿਆ ਹਾਂ। ਤੇ ਹੁਣ ਕਬਜ਼ਾ ਕੀਤਾ ਹਾਂ 2018 ਦਾ ਇਹ ਆਰਡਰ ਹੈ। 2018 ਚ ਮੇਰੇ ਫਾਦਰ ਇੱਥੇ ਸੀ, ਮੇਰੇ ਪੇਰੈਂਟਸ ਇੱਥੇ ਹੀ ਸੀ। 2019 ਚ ਵੀ ਉਹ ਇੱਥੇ ਹੀ ਸੀ। ਉਹ ਇੱਥੋਂ 2020 ਜਨਵਰੀ ਚ ਗਏ ਨੇ, ਔਰ ਉਸ ਤੋਂ ਬਾਅਦ ਕੋਵਿਡ ਹੁਣ ਖਤਮ ਹੋਇਆ ਹੈ, ਇਹਨਾਂ ਨੇ ਪਹਿਲਾ ਮੌਕਾ ਸਾਂਭਿਆ ਹੈ ਔਰ ਇਹ ਕਾਰਵਾਈ ਪਾਤੀ ਹੈ। ਠੀਕ ਹੈ, ਤੁਸੀਂ ਕਹਿੰਦੇ ਹੋ ਕਿ ਇਹਨਾਂ ਨੇ ਜਿਹੜਾ ਕਮੇਟੀ ਦਾ ਪ੍ਰਧਾਨ ਵੀ ਵਿੱਚ ਮਿਲਿਆ ਹੋਇਆ, ਬਾਕੀ ਹੋਰ ਮੈਂਬਰ ਆ, ਐਮਸੀ ਸਾਰੇ ਮਿਲ ਕੇ ਗੇਮ ਖੇਡ ਰਹੇ, ਤੇ ਫਿਰ ਸੁਭਾਵਿਕ ਸੀਗਾ ਕਿ ਉਹਨਾਂ ਦੇ ਹੱਥ ਕਮੇਟੀ ਹੈ ਤੇ ਉਹਨਾਂ ਨੇ ਕਾਰਵਾਈ ਕਰਨੀ ਸੀਗੀ। ਤੇ ਕੀ ਇਸ ਦੇ ਲਈ ਤੁਸੀਂ ਜਿਹੜਾ ਆ ਕਾਨੂੰਨੀ ਜਿਹੜਾ ਤੁਹਾਡੇ ਕੋਲ ਪੂਰੇ ਸਬੂਤ ਸੀ, ਤੁਸੀਂ ਕੇਸ ਲਾਇਆ ਹੋਇਆ ਸੀ ਅਸੀਂ, ਕਿ ਉਹ ਨਹੀਂ ਦਿਖਾਇਆ ਕਿ ਐਮਈਓ ਸਰਕਾਰੀ ਅਫਸਰ ਹੁੰਦੇ ਨੇ? ਸਰ ਸਾਰਾ ਉਹਨਾਂ ਦੇ ਰਿਕਾਰਡ 'ਚ ਹੈ, ਉਹ ਸਾਰਾ ਕਮੇਟੀ ਦੇ ਆਫਿਸ ਰਿਕਾਰਡ 'ਚ ਹੈ ਔਰ ਉਹਨਾਂ ਦੀ ਨੌਲੇਜ 'ਚ ਹੈ। ਪਰ ਇਹ ਸ਼ਰਾਰਤ ਇਹ ਕੁਝ ਐਮਸੀਆਂ ਨੇ ਕੀਤੀ ਹੈ ਆਪਣੀ ਪੋਲੀਟੀਕਲ ਅਪੀਜ਼ਮੈਂਟ ਵਾਸਤੇ, ਕਿ ਪਿਛਲੇ ਦੇ ਵਾਰਡ ਦੇ ਲੋਕਾਂ ਨੂੰ ਦਿਖਾਉਣ ਵਾਸਤੇ ਕਿ ਦੇਖੋ ਜੀ ਅਸੀਂ ਇਹ ਗਲੀ ਚੌੜੀ ਕਰਾਵਾਂਗੇ, ਅਸੀਂ ਇਹ ਢਾਤਾ ਆਪਣੇ ਵੋਟਰ ਪੱਕੇ ਕਰਨ ਵਾਸਤੇ। ਔਰ ਸਾਡੀ ਮੇਨ ਕੰਪਲੇਂਟ ਇਹ ਹੈ ਕਿ ਸਾਡੀ ਸੁਣਵਾਈ ਇਹ ਨਹੀਂ ਹੋ ਰਹੀ, ਕਿ ਇਹਨਾਂ ਦੇ ਖਿਲਾਫ ਕੋਈ ਕ੍ਰਿਮੀਨਲ ਕਾਰਵਾਈ ਨਹੀਂ ਹੋ ਰਹੀ। ਇਸ ਘਰ ਦੀ, ਹਾਂਜੀ, ਇਸ ਘਰ ਦੀ ਵੈਲਿਊ ਇੱਕ ਪੈਸੇ ਨਾਲ ਨਹੀਂ ਮੈਂ ਤੋਲਦਾ, ਇਹ ਮੇਰੀ ਇਮੋਸ਼ਨਲ ਵੈਲਿਊ ਹੈ। ਮੈਂ 10 ਸਾਲ ਦਾ ਸੀ ਜਦ ਇਹ ਘਰ ਦੀ ਰਜਿਸਟਰੀ ਹੋਈ ਹੈ। ਅਸੀਂ ਬਰੇਟੇ ਉਸ ਤੋਂ ਵੀ ਪਹਿਲਾਂ ਤੋਂ ਰਹਿ ਰਹੇ ਹਾਂ। ਮੇਰੇ ਖਿਆਲ 'ਚ ਮੈਂ 4 ਸਾਲ ਦਾ ਹੀ ਸੀ ਜਾਂ 5 ਸਾਲ ਦਾ ਸੀ ਜਦੋਂ ਤੋਂ ਅਸੀਂ ਬਰੇਟੇ 'ਚ ਹੈ, ਔਰ ਜਦ ਮੈਂ 10 ਸਾਲ ਦਾ ਹੋਇਆ ਤਾਂ ਇਹ ਘਰ ਦੀ ਰਜਿਸਟਰੀ ਹੈ। ਮੈਂ ਇਸ ਘਰ 'ਚ ਵੱਡਾ ਹੋਇਆ, ਮੈਂ ਬਰੇਟਾ ਮੰਡੀ 'ਚ ਹੀ ਆਪਣਾ ਸਾਰਾ ਬਚਪਨ ਬਿਤਾਇਆ ਹੈ। ਇਸ ਘਰ ਦੀ ਮੇਰੇ ਵਾਸਤੇ ਇਮੋਸ਼ਨਲ ਵੈਲਿਊ ਹੈ ਔਰ ਮੇਰੇ ਪੇਰੈਂਟਸ ਵਾਸਤੇ ਇਹੀ ਇੱਕ ਸਿਕਿਉਰਿਟੀ ਹੈ। ਉਹਨਾਂ ਕੋਲ ਇੰਡੀਆ 'ਚ ਹੋਰ ਕੋਈ ਪ੍ਰਾਪਰਟੀ ਜਾਂ ਹੋਰ ਕੋਈ ਘਰ ਨਹੀਂ ਹੈ, ਔਰ ਉਹ ਜਦੋਂ ਵੀ ਆਉਂਦੇ ਨੇ ਇਸੇ ਘਰ 'ਚ ਆਉਂਦੇ ਨੇ। ਅਰਵਿੰਦ ਜੀ, ਮੈਂ ਗੱਲ ਜਾਣਨਾ ਚਾਹੁੰਦਾ ਆ, ਜਦ ਤੁਹਾਡੇ ਜਾਂ ਪੇਰੈਂਟਸ ਦੇ ਨਾਮ, ਚਾਹੇ ਤੁਹਾਡੇ ਮਦਰ ਦੇ ਨਾਮ ਜਾਂ ਫਾਦਰ ਦੇ ਨਾਮ, ਇੱਕ ਦੇ ਨਾਮ ਇਹ ਪ੍ਰਾਪਰਟੀ ਹੋਵੇਗੀ, ਤੇ ਫਿਰ ਕਿਵੇਂ ਜਿਹੜਾ ਇਹਨੂੰ ਜਾਲੀ ਤਰੀਕੇ ਨਾਲ ਉਹ ਜਿਹੜਾ ਪਹਿਲਾਂ ਇਹਨਾਂ ਨੇ ਕਨਵਰਟ ਕਰਤਾ ਜਾਂ ਆਪਣੇ ਹੱਥ ਲੈ ਲਿਆ? ਸਰ ਇਹੀ ਤਾਂ ਅਸੀਂ ਸਵਾਲ ਕਰ ਰਹੇ ਹਾਂ ਸਰਕਾਰ ਤੋਂ, ਵੀ ਜਦ ਤੁਸੀਂ ਸਾਡੇ ਤੋਂ ਪ੍ਰਾਪਰਟੀ ਟੈਕਸ ਵੀ ਲੈ ਰਹੇ ਹੋ, ਤੁਹਾਨੂੰ 41 ਜਾਂ 42 ਸਾਲ ਬਾਅਦ ਯਾਦ ਆਉਂਦਾ ਕਿ ਇਹ ਸ਼ਾਮਲਾਟ ਲੈਂਡ ਹੈ, ਔਰ ਤੁਸੀਂ ਇਹ ਰਜਿਸਟਰੀ ਕਿਉਂ ਕੀਤੀ 1981 ਚ? ਔਰ ਅਸੀਂ ਜਿਸ ਤੋਂ ਜ਼ਮੀਨ ਖਰੀਦੀ ਹੈ ਹਰਬੰਸ ਸਿੰਘ ਜੀ ਤੋਂ 1954 ਤੋਂ ਉਹਨਾਂ ਦੇ ਨਾਮ ਇਹ ਰਜਿਸਟਰੀ ਸੀ। ਅਸੀਂ ਆਪਣੇ ਆਪ ਕੋਈ ਜਗ੍ਹਾ ਚੱਕ ਕੇ ਰਜਿਸਟਰੀ ਨਹੀਂ ਕਰਾਈ। ਅਗਰ ਤੁਸੀਂ ਅਸੈਸਮੈਂਟ ਰਜਿਸਟਰ ਦੇ ਰਿਕਾਰਡ ਮੰਗਾਓ, ਉਹਨਾਂ 'ਚ ਅੱਜ ਵੀ ਉਹਨਾਂ ਦੇ ਨਾਮ ਬੋਲਦੇ ਨੇ, ਉਸ ਤੋਂ ਬਾਅਦ ਸਾਡੇ ਨਾਮ ਬੋਲਦੇ ਨੇ। ਔਰ ਜਦ ਕਮੇਟੀ ਸਾਨੂੰ ਕਿਰਾਇਆ ਦਿੰਦੀ ਰਹੀ ਹੈ, ਫਿਰ ਇਹ ਕਿਵੇਂ ਨਜਾਇਜ਼ ਹੋ ਗਿਆ? ਬਿਲਕੁਲ, ਇੱਕ ਲਾਈਨ ਜੇ ਰੈੱਡ ਲਾਈਨ ਦਾ ਏਰੀਆ ਕਹਿ ਦਿੰਦੇ ਆ ਆਪਾਂ, ਇਹਨੂੰ ਕਹਿੰਦੇ ਲਾਲ ਉਹਦੇ ਲਾਈਨ ਵਾਲਾ ਏਰੀਆ, ਤਾਂ ਉੱਥੇ ਤਾਂ ਛੱਤ ਵੀ ਨਹੀਂ ਤੁਸੀਂ ਪਾ ਸਕਦੇ, ਜਿਹੜੀਆਂ ਕੰਧਾਂ ਖੜੀਆਂ ਕਰਨੀ ਤੇ ਦੂਰ ਕੁਝ ਵੀ ਨਹੀਂ ਤੁਸੀਂ ਕਰ ਸਕਦੇ। ਇਹ ਵੀ ਸਵਾਲ ਤੁਹਾਡਾ ਜਾਇਜ਼ ਹੈਗਾ, ਕਿਉਂਕਿ ਕਿਸ ਤਰੀਕੇ ਨਾਲ ਡਿਵੈਲਪਮੈਂਟ ਕਰਵਾਈ ਆ। ਤੇ ਫਿਰ ਜਿਹੜਾ ਇਹਦੇ ਪ੍ਰਧਾਨ ਆ, ਠੀਕ ਹੈ ਤੁਸੀਂ ਕਾਨੂੰਨੀ ਗੱਲ ਕੀਤੀ ਆ, ਹੁਣ ਆਪਾਂ ਥੋੜਾ ਜਿਹਾ ਹੋਰ ਪੱਖ ਆਈਏ, ਸਰਕਾਰ ਦੇ ਤੌਰ ਤੇ ਦੇਖੀਏ ਕਿ ਕਿਸੇ ਮੰਤਰੀ ਸੰਤਰੀ ਕਿਸੇ ਨੂੰ ਬੜੇ ਹਾਇਰ ਅਫਸਰ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਗਈ? ਮੈਂ ਐਸਐਸਪੀ ਮਾਨਸਾ ਨੂੰ ਪਰਸਨਲੀ ਮਿਲਿਆ ਸਰ। ਐਸਐਸਪੀ ਮਾਨਸਾ ਨੂੰ ਮੈਂ ਐਪਲੀਕੇਸ਼ਨ ਦਿੱਤੀ ਹੈ, ਉਹਨਾਂ ਨੇ ਮੈਨੂੰ ਯਕੀਨ ਦਿਲਾਇਆ ਕਿ ਉਹ ਏਡੀਸੀ ਸਾਹਿਬ ਨਾਲ ਗੱਲ ਕਰਨਗੇ, ਇਹ ਸਾਰੇ ਮੈਟਰ ਦਾ ਪਤਾ ਕਰਕੇ ਫਿਰ ਉਹ ਅੱਗੇ ਕਾਰਵਾਈ ਕਰਨਗੇ। ਪਰ ਇਹ ਗੱਲ ਸਾਡੀ 9 ਸਤੰਬਰ ਦੀ ਹੈ, ਹਾਲੇ ਤੱਕ ਤਾਂ ਕੋਈ ਔਨ ਗਰਾਊਂਡ। ਕਿੰਨਾ ਹੋ ਗਿਆ ਤੁਸੀਂ ਇਹ ਸਾਰੇ ਮਾਮਲੇ ਵਿੱਚ? ਸਰ ਇਹ ਸਾਰਾ ਮਾਮਲਾ ਮੇਰੇ ਖਿਆਲ 'ਚ 5 ਜਾਂ 6 ਤਰੀਕ ਨੂੰ ਇਹ ਡਿਮੋਲੀਸ਼ਨ ਹੋਈ ਹੈ। ਮੈਨੂੰ ਇਹ ਇਨਫੋਰਮੇਸ਼ਨ 7 ਤਰੀਕ ਨੂੰ ਆਸਟ੍ਰੇਲੀਆ ਮਿਲੀ ਹੈ, ਮੇਰੇ ਫਾਦਰ ਨੇ ਦੱਸਿਆ। ਇਹ ਜਿਸ ਦਿਨ ਡਿਮੋਲੀਸ਼ਨ ਹੋ ਰਹੀ ਸੀ ਉੱਥੇ ਰਾਤ ਸੀ, ਤਾਂ ਉਹ ਫੋਨ ਆਫ ਕਰਕੇ ਸੁੱਤੇ ਪਏ ਹੋਣੇ, ਤਾਂ ਲੋਕਾਂ ਨੇ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਨੂੰ ਪਤਾ ਨਹੀਂ ਲੱਗਿਆ। ਜਦ ਤੱਕ ਉਹ ਉੱਠੇ, ਉਹਨਾਂ ਨੂੰ ਫੋਟੋਜ਼ ਵੀਡੀਓਜ਼ ਪਹੁੰਚੀਆਂ, ਤਾਂ ਉਹਨਾਂ ਨੇ ਫਿਰ ਮੈਨੂੰ ਕੰਟੈਕਟ ਕੀਤਾ। ਮੈਂ ਉਸੇ ਦਿਨ ਉੱਥੋਂ ਭੱਜਿਆ। ਠੀਕ ਹੈ, ਔਰ ਕਦੋਂ, ਕਿਉਂਕਿ ਜਦੋਂ ਕਦੇ ਜ਼ਿੰਦਗੀ 'ਚ ਇੱਦਾਂ ਦਾ ਕੰਮ ਤੁਹਾਡੇ ਨਾਲ ਨਹੀਂ ਹੁੰਦਾ, ਤੁਹਾਨੂੰ ਰਸਤਾ ਨਹੀਂ ਪਤਾ ਹੁੰਦਾ। ਮੈਂ ਇੱਥੇ ਬਿਲਕੁਲ ਡਾਇਰੈਕਸ਼ਨਲੈਸ ਆਇਆ। ਮੈਂ ਚੰਡੀਗੜ੍ਹ ਆਇਆ, ਮੈਂ ਵਕੀਲ ਸਾਹਿਬ ਨੂੰ ਮਿਲਿਆ, ਮੈਂ ਸਾਰੇ ਆਪਣੇ ਦੋਸਤਾਂ ਨੂੰ ਮਿਲਿਆ, ਜਿਨ੍ਹਾਂ ਨੇ ਮੈਨੂੰ ਸਲਾਹ ਦਿੱਤੀ ਕਿ ਲੋਕਲ ਐਡਮਿਨਿਸਟ੍ਰੇਸ਼ਨ ਕੋਲ ਜਾਓ, ਪਹਿਲਾਂ ਉੱਥੇ ਕੰਪਲੇਂਟ ਕਰੋ। ਤਾਂ ਮੈਂ 9 ਤਰੀਕ ਸਵੇਰੇ ਐਸਐਸਪੀ ਸਾਹਿਬ ਤੋਂ ਟਾਈਮ ਲੈ ਕੇ ਮੈਂ ਉਹਨਾਂ ਦੇ ਦਫ਼ਤਰ ਮਿਲਿਆ, ਤਾਂ ਉਹਨਾਂ ਨੇ ਮੈਨੂੰ ਯਕੀਨ ਦਿਲਾਇਆ ਕਿ ਉਹ ਕਾਰਵਾਈ ਕਰਨਗੇ। ਬੜੇ ਵਾਅਦੇ ਦਾਅਵੇ ਕੀਤੇ ਜਾਂਦੇ ਆ ਸਾਡੀ ਸਰਕਾਰਾਂ ਵੱਲੋਂ ਕਿ ਐਨਆਰਆਈਆਂ ਲਈ ਸੁਖਾਲਾ ਕਰ ਦਾਂਗੇ ਸਿਸਟਮ, ਇੱਕ ਮੇਲ ਦੇ ਰਾਹੀਂ ਉਹ ਆਪਣੇ ਹੱਲ ਕਰ ਸਕਦੇ ਆ। ਲੱਗਦਾ ਇੱਦਾਂ ਕੁਛ? ਨਹੀਂ ਸਰ, ਜਦੋਂ
ਦੂਸਰੀਆਂ ਪਾਰਟੀਆਂ ਕੇਜਰੀਵਾਲ ਸਾਹਿਬ ਦੇ ਖਿਲਾਫ ਗੱਲਾਂ ਕਰਦੀਆਂ ਸੀ ਤਾਂ ਉੱਥੇ ਬੈਠੇ ਸਾਡੇ ਦਿਮਾਗ 'ਚ ਇਹੀ ਗੱਲ ਆਉਂਦੀ ਸੀ, ਯਾਰ ਇਹ ਤਾਂ ਕਿਉਂਕਿ ਇਹ ਚੰਗਾ ਕੰਮ ਕਰ ਰਹੇ ਨੇ ਤਾਂ ਓਬਵੀਅਸਲੀ ਉਹਨਾਂ ਨੂੰ ਮਤਲਬ ਹਜਮ ਨਹੀਂ ਹੋ ਰਹੀ ਗੱਲ। ਕੇਜਰੀਵਾਲ ਸਾਹਿਬ ਬਹੁਤ ਮਤਲਬ ਚੰਗਾ ਕੰਮ ਕਰ ਰਿਹਾ, ਦਿੱਲੀ 'ਚ ਚੰਗਾ ਕੰਮ ਕਰ ਰਿਹਾ। ਮੈਨੂੰ ਬੜੀ ਉਮੀਦ ਸੀ ਵੀ ਉਹੀ ਚੀਜ਼ਾਂ ਇੱਥੇ ਹੋਣਗੀਆਂ, ਇੱਥੇ ਇੰਪਰੂਵਮੈਂਟ ਹੋਏਗੀ, ਕਰਪਸ਼ਨ ਘਟੇਗੀ, ਸਕੂਲਸ ਤੇ ਜਿਵੇਂ ਸਕੂਲਸ ਤੇ ਹਸਪੀਟਲ ਦੀ ਗੱਲ ਕਰਦੇ ਨੇ ਦਿੱਲੀ 'ਚ, ਉਹਨਾਂ 'ਚ ਇੰਪਰੂਵਮੈਂਟ ਆਏਗੀ। ਸਾਨੂੰ ਕੀ ਪਤਾ ਸੀਗਾ ਕਿ ਇੱਥੇ ਤਾਂ ਇਹ ਕਬਜ਼ਾ ਪਾਰਟੀ ਆ ਗਈ ਹੈ। ਔਰ ਮੈਂ ਜਿਵੇਂ ਹੁਣ ਗੱਲਾਂ ਸੁਣਦਾ ਮੇਰੇ ਤਾਂ ਆਪਣਾ ਪਰਸਨਲ ਕੇਸ ਹੈ, ਪਰ ਮੈਨੂੰ ਲੋਕਾਂ ਨੇ ਵੀ ਦੱਸਿਆ ਵੀ ਜਦੋਂ ਦੇ ਆਏ ਨੇ ਇਹਨਾਂ ਦੇ ਐਮਐਲਏ ਦਾ ਇਹੀ ਕੰਮ ਚੱਲ ਰਿਹਾ ਹੈ ਔਰ ਸਾਰੇ ਆਪ ਦੇ ਐਮਐਲਏ ਨੇ। ਐਮਐਲਏ ਸਾਹਿਬ ਮੇਰੇ ਜਿਹੜੇ ਲੋਕਲ ਐਮਐਲਏ ਮਾਸਟਰ ਬੁੱਧਰਾਮ ਜੀ ਨੇ, ਉਹ ਮੇਰੇ ਫਾਦਰ ਨੂੰ ਬਹੁਤ ਪਰਸਨਲ ਤੌਰ ਤੇ ਜਾਣਦੇ ਨੇ। ਮੇਰੇ ਫਾਦਰ ਇੰਨੇ ਦਿਨ ਹੋ ਗਏ ਉਹਨਾਂ ਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਕਦੇ ਉਹਨਾਂ ਦਾ ਪੀਏ ਕਹਿੰਦਾ ਬਿਜ਼ੀ ਨੇ, ਕਦੇ ਉਹ ਫੋਨ ਨਹੀਂ ਚੱਕਦੇ, ਮਤਲਬ ਅੱਜ ਤੱਕ ਉਹਨਾਂ ਨੇ ਉਹਨਾਂ ਦਾ ਫੋਨ ਵੀ ਨਹੀਂ ਚੱਕਿਆ। ਇਗਨੋਰੈਂਸ ਨੂੰ ਲੈ ਕੇ ਤਾਂ ਮੰਨ ਸਕਦੇ ਆ ਕਿਤੇ ਨਾ ਕਿਤੇ ਤਾਲਮੇਲ ਜਿਹੜਾ ਹਾਂਜੀ ਹਾਂਜੀ ਅਫਸਰਾਂ ਨੂੰ ਮਿਲਿਆ ਗਿਆ ਹੈ, ਅਫਸਰਾਂ ਨੂੰ ਕਹਾਇਆ ਗਿਆ ਹੈ। ਸਿੱਧੇ ਤੌਰ ਤੇ ਤਾਂ ਅਫਸਰ ਕਹਿੰਦੇ ਨੇ ਕੋਈ ਨਹੀਂ ਜੀ ਦੇਖਾਂਗੇ, ਕਰ ਰਹੇ ਹਾਂ, ਕਰਾਂਗੇ ਕੁਝ, ਪਰ ਪਰਸਨਲ ਤੌਰ ਤੇ ਅਫਸਰ ਦਬੀ ਜ਼ਬਾਨ 'ਚ ਕਹਿੰਦੇ ਨੇ ਯਾਰ ਪ੍ਰੈਸ਼ਰ ਬਹੁਤ ਹੈ। ਹੁਣ ਮੈਨੂੰ ਨਹੀਂ ਸਮਝ ਆ ਰਹੀ ਵੀ ਕਿਹਦਾ ਪ੍ਰੈਸ਼ਰ ਹੈ ਜਾਂ ਕਿਉਂ ਹੈ, ਔਰ ਸਿਰਫ ਸਾਡੇ ਹੀ ਮਕਾਨ ਤੇ ਸਿਰਫ ਪੋਲੀਟੀਕਲ ਅਪੀਜ਼ਮੈਂਟ ਵਾਸਤੇ ਤੁਸੀਂ ਕਿਸੇ ਦਾ ਘਰ ਢਾਹ ਦਿਓ। ਉਹਦਾ ਇੱਕੋ ਹੀ ਘਰ, ਉਹ ਹੁਣ ਉਹ ਕਿੱਥੇ ਆ? ਘਰ ਦੇ ਨਾਲ ਨਾ ਮੈਂ ਕਹਾਂਗਾ ਕਿ ਸੁਪਨਾ ਢਾਹ ਦਿਓ ਜਾਂ ਕਹਿ ਦੋ ਵੀ ਉਹਨਾਂ ਕੋਲ ਤਾਂ ਇੱਕੋ ਹੀ ਚੀਜ਼ ਹੈ ਨਾ, ਉਹਨਾਂ ਕੋਲ ਤਾਂ ਮਕਾਨ ਹੈ, ਘਰ ਨਹੀਂ ਹੈ। ਹਾਂ, ਹੁਣ ਉਹ ਕਿੱਥੇ ਆ ਕੇ ਰਹਿਣਗੇ? ਉੱਥੇ ਤਾਂ देयर इज नो ਬਾਉਂਡਰੀ ਵਾਲ ਨਾਓ, देयर इज ਉਹ ਸਾਰਾ ਨੰਗਾ ਪਿਆ ਕੰਮ। ਤੇ ਅਸੀਂ ਹੁਣ ਕਿਸ ਸਰਕਾਰ ਨੂੰ ਕਹੀਏ? ਸੋ ਇਹ ਸਾਡੀ ਰਿਕੁਐਸਟ ਹੈ। ਨਹੀਂ, ਤੁਸੀਂ ਬਹੁਤ ਬਖੂਬੀ ਜਿਹੜੀ ਇਹਦੇ ਤੇ ਜਿਹੜੀ ਡਿਟੇਲ ਦਿੱਤੀ ਹੈ। ਲੱਗਦਾ ਸਰਕਾਰ ਜਿਹੜੀ ਆ ਵੀ ਇੱਕ ਪਾਸੇ ਤਾਂ ਕਹਿੰਦੀ ਸੀ ਕਿ ਅਸੀਂ ਹੱਲ ਕਰਦੇ ਹਾਂ, ਪਰ ਹੱਲ ਹੁੰਦਾ ਜਿਵੇਂ ਤੁਹਾਡੀ ਗੱਲਾਂ ਕਿ ਨਹੀਂ ਲੱਗਦਾ, ਕੇਵਲ ਤੇ ਕੇਵਲ ਦਾਅਵੇ ਵਾਅਦੇ ਵੀ ਖੋਖਲੇ ਨਿਕਲਦੇ ਨੇ। ਹਾਂਜੀ ਬਿਲਕੁਲ, ਇਸੇ ਕਰਕੇ ਅਸੀਂ ਹਾਈ ਕੋਰਟ 'ਚ ਆਪਣੀ ਐਪਲੀਕੇਸ਼ਨ ਪਾਈ, ਜਿਨ੍ਹਾਂ ਨੇ ਸਾਨੂੰ ਸਟੇ ਦੇ ਦਿੱਤੀ ਹੈ। ਉਹਨਾਂ ਨੇ ਸਾਡੇ ਫੇਵਰ ਸਟੇ ਦਿੱਤੀ ਹੈ ਔਰ ਅਗਲੀ ਤਰੀਕ 14/12/2022 ਹੈ ਉਹਨਾਂ ਦੇ ਰਿਪਲਾਈ ਵਾਸਤੇ। ਸਭ ਤੋਂ ਪਹਿਲਾਂ ਰਵਿੰਦਰ ਜੀ, ਕਈ ਐਨਆਰਆਈ ਅਸੀਂ ਹੋਰ ਵੀ ਮਿਲੇ ਆ ਜਿਹੜੇ ਇਨਵੈਸਟਮੈਂਟ ਕਰਨਾ ਚਾਹੁੰਦੇ ਨੇ, ਆਉਂਦੇ ਨੇ, ਪਰ ਉਹ ਡਰਦੇ ਨੇ। ਸਰ ਮੈਂ ਖੁਦ ਸੋਚ ਰਿਹਾ ਸੀਗਾ, ਮੈਂ ਪਿਛਲੇ ਸਾਲ ਇੰਡੀਆ ਦਸੰਬਰ 'ਚ ਆ ਕੇ ਗਿਆ, ਮੈਂ ਖੁਦ ਸੋਚ ਰਿਹਾ ਸੀਗਾ ਕਿ ਹੁਣ ਹਾਲਾਤ ਬਦਲ ਰਹੇ ਨੇ, ਸਾਨੂੰ ਵੀ ਥੋੜ੍ਹੀ ਬਹੁਤ ਇੱਥੇ ਇਨਵੈਸਟਮੈਂਟ ਕਰਕੇ ਰੱਖਣੀ ਚਾਹੀਦੀ ਹੈ ਵੀ ਸਾਡਾ ਕੋਈ ਕਨੈਕਸ਼ਨ ਰਹੇ। ਔਰ ਕੁਝ ਦੋਸਤਾਂ ਨੇ ਸਾਨੂੰ ਉੱਥੇ ਮਨਾ ਕੀਤਾ ਤਾਂ ਵੀ ਪੰਗਾ ਨਹੀਂ ਲੈਣਾ। ਹਾਲੇ ਅਸੀਂ ਸੋਚ ਵਿਚਾਰ 'ਚ ਹੀ ਸੀ ਕਿ ਸਾਡੇ ਨਾਲ ਇਹ ਹਾਦਸਾ ਹੋ ਗਿਆ ਤੇ ਹੁਣ ਤਾਂ ਸਾਡੇ ਕੰਨਾਂ ਨੂੰ ਲੱਗ ਗਏ ਹੱਥ। ਇਨਵੈਸਟਮੈਂਟ ਤਾਂ ਬਹੁਤ ਦੂਰ ਦੀ ਗੱਲ ਹੈ, ਅਸੀਂ ਕਿਸੇ ਨੂੰ ਸਲਾਹ ਵੀ ਨਹੀਂ ਦੇਵਾਂਗੇ ਵੀ ਨੇੜੇ ਵੀ ਨਾ ਲੱਗੋ, ਜਿਹੜਾ ਹੈ ਉਹ ਵੀ ਵੇਚ ਕੇ ਆਪਦਾ ਆ ਜਾਓ। ਬੱਚੇ ਤੁਹਾਡੇ ਗੱਲ ਕਰਦੇ ਹੁਣ, ਤੁਹਾਡੇ ਬੱਚੇ ਤਾਂ ਉੱਥੇ ਹੀ ਨੇ, ਉੱਥੇ ਹੀ ਪੜ੍ਹਦੇ ਨੇ, ਉਹ ਕਰਦੇ ਨੇ, ਉਹ ਨਹੀਂ ਕੁਛ ਦੇ ਨੂੰ ਦੇਖ ਕੇ ਸਿਸਟਮ ਨੂੰ ਕੀ ਕਹਿੰਦੇ ਨੇ, ਕੀ ਬੋਲਦੇ ਨੇ? ਕਿਉਂਕਿ ਸਾਡੇ ਅਸੀਂ ਕਹਿੰਦੇ ਇੱਕ ਪਾਸੇ ਤਾਂ ਅਸੀਂ ਬੱਚਿਆਂ ਨੂੰ ਵੀ ਇੱਥੇ ਲਿਆਈਏ, ਇੱਥੇ ਪੜ੍ਹਾਈਏ ਸਕੂਲਾਂ 'ਚ, ਸਾਡੇ ਪੰਜਾਬੀ ਨਾਲ ਜੁੜਨ, ਮਾਂ ਬੋਲੀ ਨਾਲ ਜੁੜਨ, ਸਾਡੇ ਸੱਭਿਆਚਾਰ ਨਾਲ ਜੁੜਨ, ਪਰ ਇਹ ਸੱਭਿਆਚਾਰ ਨੂੰ ਦੇਖ ਕੇ ਕੀ ਕਹਿੰਦੇ? ਸਰ ਮੇਰੀ ਬੇਟੀ 19 ਸਾਲ ਦੀ ਹੈ, ਉਹਨੂੰ ਤਾਂ ਇਹ ਗੱਲ ਸਮਝ ਹੀ ਨਹੀਂ ਆ ਰਹੀ ਵੀ ਇੱਦਾਂ ਕਿਵੇਂ ਹੋ ਸਕਦਾ ਹੈ। ਉਹ ਤਾਂ ਮੈਨੂੰ ਇਹੀ ਪੁੱਛ ਰਹੀ ਹੈ ਅਗਰ ਦਾਦੀ ਕੇ ਨਾਮ ਹੈ ਤਾਂ ਕੋਈ ਕੈਸੇ ਲੈ ਸਕਤਾ ਹੈ। ਮਤਲਬ ਉਹਨਾਂ ਵਾਸਤੇ ਤਾਂ ਇਹ ਸਮਝ ਤੋਂ ਹੀ ਬਾਹਰ ਹੈ ਵੀ ਇਹ ਚੀਜ਼ਾਂ ਹੁੰਦੀਆਂ ਨੇ ਦੁਨੀਆ 'ਚ। ਕਿਉਂਕਿ ਮੇਰੀ ਬੇਟੀ 9 ਸਾਲ ਦੀ ਸੀ ਜਦ ਇੱਥੋਂ ਅਸੀਂ ਗਏ ਸੀ। ਸੋ ਉਹਨਾਂ ਦਾ ਇਹਨਾਂ ਗੱਲਾਂ ਨਾਲ ਐਕਸਪੋਜ਼ਰ ਹੀ ਨਹੀਂ। ਇਹ ਸਾਡੀ ਲਾਸਟ ਜਨਰੇਸ਼ਨ ਹੈ ਜਿਨ੍ਹਾਂ ਨੂੰ ਇਹ ਸਾਰੀਆਂ ਚੀਜ਼ਾਂ ਦਾ ਪਤਾ ਹੈ ਔਰ ਸਮਝ ਹੈ, ਪਰ ਆਈ ਡੋਂਟ ਥਿੰਕ ਕਿ ਵੀ ਹੁਣ ਸਾਡਾ ਵੀ ਕੋਈ ਇੰਟਰਸਟ ਰਹੇਗਾ। ਬਿਲਕੁਲ, ਜਿਹੜਾ ਇੱਕ ਵਾਰੀ ਉਮੀਦ ਜਾਂ ਟੁੱਟਦੀ ਹੈ ਬੰਦਿਆਂ ਦਾ। ਅੱਛਾ, ਤੁਸੀਂ ਕੋਰਟ ਦੇਤੀਆਂ ਸਾਰੀਆਂ ਰਸੀਦਾਂ, ਜਦੋਂ ਖਾਸ ਕਰਕੇ ਕਮੇਟੀ ਦੇ ਰਸੀਦਾਂ ਲਾਈਆਂ ਗਈਆਂ, ਫਿਰ ਥੱਲੜੀ ਲੋਅਰ ਕੋਰਟ ਨੇ ਫਟਕਾਰ ਨਹੀਂ ਲਈ ਕਮੇਟੀ? ਉਹਨਾਂ ਨੇ ਫੈਸਲਾ ਸਾਡੇ ਫੇਵਰ 'ਚ ਕਰਤਾ, ਉਹਨਾਂ ਨੇ ਫੇਵਰ 'ਚ ਕਰਤਾ ਵੀ ਮਾਲਕ ਇਹ ਨੇ, ਮਲਕੀਅਤ ਸਾਨੂੰ ਦੇਤੀ, ਔਰ ਉਸ ਤੋਂ ਬੈਟਰ ਕੀ ਕਰ ਸਕਦਾ ਕੋਰਟ? ਹੁਣ ਸੈਸ਼ਨ ਕੋਰਟ 'ਚ ਕੇਸ ਚੱਲ ਰਿਹਾ, ਇਹਨਾਂ ਨੇ ਸੈਸ਼ਨ ਕੋਰਟ ਵਾਲਾ ਵੀ ਇਗਨੋਰ ਕਰਕੇ ਢਾਤਾ, ਕਾਨੂੰਨ ਨੇ ਤੋੜ ਦਿੱਤਾ। ਹਾਂਜੀ, ਸੋ ਬੜਾ ਦੁੱਖ ਹੁੰਦਾ ਹੈ ਜਦ ਆਪਣੇ ਸੁਪਨੇ ਟੁੱਟਦੇ ਨੇ, ਖਾਸ ਕਰਕੇ ਉਮੀਦਾਂ ਟੁੱਟਦੀਆਂ, ਕਿਉਂਕਿ ਐਨਆਰਆਈ ਸਰਕਾਰਾਂ ਤੋਂ ਇਸ ਦੇ ਆਮ ਆਦਮੀ ਪਾਰਟੀ ਤੋਂ ਬਹੁਤ ਉਮੀਦਾਂ ਲਾਈਆਂ ਹੋਈਆਂ ਸੀ, ਬੜਾ ਪੈਸਾ ਇਨਵੈਸਟ ਕੀਤਾ ਗਿਆ ਸੀ। ਜਿਹੜੇ ਐਨਆਰਆਈ ਵੀਰ ਨੂੰ, ਕਿਉਂਕਿ ਸਾਡਾ ਵੀ ਕੈਨੇਡੀਅਨ ਚੈਨਲ ਹੈ, ਜਿਹੜੇ ਐਨਆਰਆਈ ਵੀਰ ਤੁਹਾਨੂੰ ਦੇਖ ਰਹੇ ਹੋ, ਕੀ ਉਹਨਾਂ ਨੂੰ ਕਹਿਣਾ ਚਾਹੁੰਦੇ? ਮੈਂ ਤਾਂ ਕਹਿਣਾ ਹੈ ਕਿ ਜੀ ਆਪਦੀਆਂ ਪ੍ਰਾਪਰਟੀਆਂ ਇੱਥੋਂ ਕੱਢ ਲਓ, ਵੇਚ ਵੱਟ ਕੇ ਆਪਦੇ ਪੈਸੇ ਉੱਥੇ ਸਾਂਭ ਲਓ, ਨਹੀਂ ਤਾਂ ਇਹਨਾਂ ਨੇ ਤਾਂ ਨਹੀਂ ਛੱਡਣੀਆਂ। ਔਰ ਮੈਂ ਹਮੇਸ਼ਾ ਇੰਡੀਆ ਦੇ ਪੱਖ 'ਚ ਲੋਕਾਂ ਨਾਲ ਲੜਦਾ ਸੀ, ਆਪਦੇ ਦੋਸਤਾਂ 'ਚ ਜੋ ਕੋਈ ਕਦੇ ਖਿਲਾਫ ਬੋਲਦਾ ਸੀ, ਪਰ ਹੁਣ ਮੇਰੀ ਵੀ ਉਮੀਦ ਟੁੱਟ ਗਈ ਹੈ। ਇਸ ਤੋਂ ਬਾਅਦ
ਆਪਾਂ ਤਾਂ ਕਿਸੇ ਨੂੰ ਇਹ ਸਲਾਹ ਵੀ ਨਹੀਂ ਦੇਵਾਂਗੇ ਵੀ ਭਾਈ ਤੁਸੀਂ ਆਪਦਾ ਆਓ। ਸਾਡੇ ਸਾਰੇ ਦੋਸਤ, ਸਾਡਾ ਬਚਪਨ, ਇਨਫੈਕਟ ਮੈਂ ਇੱਥੋਂ 41 ਇਅਰਸ ਦੀ ਏਜ ਤੇ ਗਿਆ ਹਾਂ। ਮੇਰੇ ਤਾਂ ਕੋਲੀਗਸ, ਮੈਂ ਹਸਪੀਟਲਾਂ 'ਚ ਕੰਮ ਕੀਤਾ, ਕਾਲਜ, ਸਕੂਲ, ਸਾਰਾ ਕੁਝ ਇੱਥੇ ਹੀ ਹੈ। ਸਾਡੀ ਤਾਂ ਰੂਹ ਸੀ ਉੱਥੇ, ਤਾਂ ਚਲੋ ਚਲੇ ਗਏ ਆਪਣੇ ਹੋਰ ਬੈਟਰ ਫਿਊਚਰ ਵਾਸਤੇ, ਬੱਚਿਆਂ ਵਾਸਤੇ, ਪਰ ਸਾਡੀ ਤਾਂ ਰੂਹ ਇੱਥੇ ਹੀ ਸੀ ਨਾ। ਪਰ ਹੁਣ ਸਾਡੀ ਵੀ ਉਮੀਦ ਟੁੱਟ ਗਈ ਹੈ, ਰੂਹ ਵੀ ਜਿਹੜੀ ਹੈ ਉਹ ਵੀ ਖਤਮ ਕਰਤੀ ਇਹਨਾਂ ਨੇ। ਡਾਕਟਰ ਸਾਹਿਬ ਇੰਨਾ ਟਾਈਮ ਦੇਤਾ, ਜ਼ਿੰਦਗੀ ਇੱਥੇ ਦੇਤੀ, ਹਾਂਜੀ। ਡਾਕਟਰੀ ਕਰਦੇ ਹੋਏ, ਲੋਕਾਂ ਦੀ ਸੇਵਾ ਕਰਦੇ ਹੋਏ, ਹਾਂਜੀ। ਪਰ ਅਜੇ ਇਹ ਜਿਹਾ ਨਾਮ ਮਿਲਦਾ ਜਦ ਤਕਲੀਫ ਤਾਂ ਫਿਰ ਬਹੁਤ ਤਕਲੀਫ ਹੁੰਦੀ ਹੈ ਜੀ। ਸੋ ਸਾਡੇ ਤਾਂ ਹੱਥ ਜੁੜ ਗਏ ਨੇ। ਹੁਣ ਮਾਨ ਸਾਹਿਬ ਜਾਣਨ ਜਾਂ ਕੇਜਰੀਵਾਲ ਸਾਹਿਬ ਜਾਣਨ, ਆਪਣੀ ਬੱਸ ਹੈ। ਠੀਕ ਹੈ, ਕੋਰਟ ਰਾਹੀਂ ਤਾਂ ਕਰ ਰਹੇ ਹੋ ਕਿ ਫਰਦਰ ਜਿਹੜੇ ਮੰਤਰੀ ਨੇ, ਮਿਨਿਸਟਰ ਆ, ਉਹਨਾਂ ਤੱਕ ਪਹੁੰਚ ਕੀਤੀ ਜਾਵੇਗੀ, ਉਹਨਾਂ ਨੂੰ ਮਿਲਿਆ ਜਾਵੇਗਾ ਇਸ ਗੱਲ ਦਾ? ਸਰ ਹਲੇ ਤੱਕ ਅਸੀਂ ਜਿੱਥੇ ਵੀ ਪਹੁੰਚ ਕੀਤੀ ਹੈ, ਸਾਨੂੰ ਨਿਰਾਸ਼ਾ ਹੀ ਹੋਈ ਹੈ। ਮੂੰਹ ਤੇ ਸਾਰੇ ਕਹਿ ਦਿੰਦੇ ਆ ਹਾਂਜੀ ਹਾਂਜੀ ਦੇਖਾਂਗੇ, ਪਰ ਔਨ ਪੇਪਰ ਅਜੇ ਤੱਕ ਕੁਝ ਨਹੀਂ ਹੋਇਆ। ਸੀਐਮ ਦੇ ਹੱਥ ਕਿਉਂ ਨਹੀਂ ਜਾਂਦੇ, ਜਾਂ ਐਨਆਰਆਈ ਜਿਹੜੇ ਮਸਲਿਆਂ ਦੇ ਸਾਰੇ ਕਿਤੇ ਪੋਰਟਲ ਤੇ ਚੜਾ ਰੱਖਿਆ, ਉੱਥੋਂ ਇੱਕ ਈਮੇਲ ਵੀ ਆਈ ਹੋਈ ਹੈ, ਯੋਰ ਐਪਲੀਕੇਸ਼ਨ ਹੈਜ਼ ਬੀਨ ਮਾਰਕਡ ਟੂ ਡੀਐਸਪੀ ਬੁਢਲਾਡਾ। ਉਸ ਤੋਂ ਬਾਅਦ ਕੁਝ ਨਹੀਂ। ਡੀਐਸਪੀ ਨੂੰ ਪੁੱਛਿਆ ਤਾਂ ਸਾਇਲੈਂਟ ਆ ਉਹ ਸਾਰੇ ਸਾਇਲੈਂਟ ਨੇ। ਉਹਨਾਂ ਨੂੰ ਰਿਕੁਐਸਟ ਕੀਤੀ ਹੈ ਦੋਸਤਾਂ ਦੇ ਥਰੂ। ਖੁਦ ਇੱਥੇ ਤੋਂ ਚੰਡੀਗੜ੍ਹ, ਉਹ ਖੁਦ ਕਿਉਂ ਨਹੀਂ ਸੀਐਮ ਹਾਊਸ ਜਾਂਦੇ, ਖੁਦ ਕਿਉਂ ਨਹੀਂ ਉੱਥੇ ਜਾ ਕੇ ਸੀਐਮ ਦੇ ਗੱਲ? ਇਦਾਂ ਕੌਣ ਵੜਨ ਦਿੰਦਾ ਸਰ? ਇਹ ਕਹਿਣ ਨੂੰ ਹੀ ਆਮ ਆਦਮੀ ਨੇ, ਇਹ ਕੋਈ ਆਮ ਆਦਮੀ ਨਹੀਂ ਹੈ। ਸੁਪਰ ਵੀ ਆਈ। ਹਾਂਜੀ, ਔਰ ਇਹ ਉਹੀ ਐਮਸੀ ਨੇ ਜਿਨ੍ਹਾਂ ਨੇ ਕਾਂਗਰਸ ਵੇਲੇ ਵੀ ਇਹ ਕੋਸ਼ਿਸ਼ ਕੀਤੀ ਸੀ, ਪਰ ਉਦੋਂ ਇਹਨਾਂ ਨੂੰ ਸਪੋਰਟ ਨਹੀਂ ਮਿਲੀ। ਹੁਣ ਇਹਨਾਂ ਨੂੰ ਸ਼ਾਇਦ ਖੁੱਲੀ ਸ਼ਹਿ ਮਿਲ ਗਈ। ਦਰਅਸਲ ਇਹ ਆ ਵੀ ਹੁਣ ਸਰਕਾਰ ਆਪਣੀ ਆਉਣ ਨਾਲ ਹੱਥ ਖੁੱਲ ਗਏ ਨੇ, ਤੇ ਲੱਗਦਾ ਹੈ ਵੀ ਹੁਣ ਕਾਰਵਾਈਆਂ ਜਿਹੜੀਆਂ ਕਰ ਲਿੱਤੀਆਂ ਜਾਣ। ਹਾਂਜੀ ਹਾਂਜੀ। ਸੋ ਫਰਦਰ ਹੁਣ ਦੀ ਜਿਹੜੀ ਕਰੰਟ ਦੀ ਕਾਰਵਾਈ ਉਹ ਹੈਗੀ ਹੈ ਕਿ ਕੋਰਟ 'ਚ ਕੇਸ ਹੈਗਾ, ਤੇ ਹੁਣ ਤੁਸੀਂ ਸਿਰਫ ਕੋਰਟ ਦੇ ਵੱਲ ਇੰਤਜ਼ਾਰ ਕਰੋਗੇ ਜਾਂ ਸਰਕਾਰ ਦੇ ਵੱਲ? ਹਾਂਜੀ, ਮੈਨੂੰ ਜ਼ਿਆਦਾ ਉਮੀਦ ਕੋਰਟ ਤੋਂ ਹੀ ਹੈ। ਠੀਕ ਹੈ, ਬਾਕੀ ਮੈਂ ਕੋਸ਼ਿਸ਼ ਕਰਦਾ ਰਹਿਣਾ, ਮੈਂ ਐਸਐਸਪੀ ਸਾਹਿਬ ਨੂੰ ਰਿਕੁਐਸਟ ਕਰਦਾ ਰਹਿਣਾ ਵੀ ਅਗਰ ਉਹ ਕੁਝ ਕਰ ਸਕਣ, ਪਰ ਉਹ ਸ਼ਾਇਦ ਏਡੀਸੀ ਸਾਹਿਬ ਦੀ ਜਾਂ ਐਸਡੀਐਮ ਸਾਹਿਬ ਦੀ ਰਿਪੋਰਟ ਦੀ ਵੇਟ ਕਰ ਰਹੇ ਨੇ। ਜਿੱਥੋਂ ਜੋ ਮੈਨੂੰ ਪਤਾ ਲੱਗਿਆ, ਜੋ ਮੈਨੂੰ ਗੱਲਾਂ ਤੋਂ ਪਤਾ ਲੱਗਿਆ ਜੀ, ਸਾਡੇ ਤੇ ਪ੍ਰੈਸ਼ਰ ਬਹੁਤ ਹੈ। ਠੀਕ ਹੈ, ਪ੍ਰੈਸ਼ਰ ਬਹੁਤ ਹੈ, ਪਰ ਕਦੇ-ਕਦੇ ਇਹ ਵੀ ਲੱਗਦਾ ਨਾ ਕਿ ਐਨਆਰਆਈਆਂ ਨੂੰ ਜਾਣ ਕੇ ਟਾਰਗੇਟ ਕੀਤਾ ਜਾਂਦਾ ਵੀ ਇਹ ਤਾਂ ਬਾਹਰੋਂ ਹੈ, 1 ਮਹੀਨੇ ਆਊਗਾ, 15 ਦਿਨ ਆਊਗਾ, ਤੇ ਫਿਰ ਇੱਥੋਂ ਧੱਕੇ ਖਾ ਕੇ ਚੱਲ ਜਾਊਗਾ, ਤੇ ਕਿਹੜਾ ਕਰ? ਸਰ ਇੱਥੇ ਲੋਕਾਂ ਦੇ ਦਿਮਾਗ 'ਚ ਕੀ ਹੈ, ਮੈਂ ਉਹਨਾਂ ਗੱਲਾਂ ਤੇ ਤਾਂ ਨਹੀਂ ਕਹਿ ਸਕਦਾ। ਮੈਨੂੰ ਤਾਂ ਆਪਣਾ ਪਤਾ ਹੈ ਕਿ ਵੀ ਅਸੀਂ, ਸਾਡੇ ਕਾਗਜ਼ ਠੀਕ ਨੇ। 40-41 ਸਾਲ ਸਾਡਾ ਘਰ ਸੀ, ਹੁਣ ਸਾਡੇ ਕੋਲ ਘਰ ਹੈ ਨਹੀਂ। ਇਹ ਮੇਰੀ ਫਾਈਨਲ ਹੈ। ਸੋ ਅਰਵਿੰਦ ਜੀ, ਗੱਲਾਂ ਕਰਦੇ ਹੋਏ ਤੁਹਾਡੇ ਤਕਲੀਫ ਸਾਨੂੰ ਵੀ ਬਹੁਤ ਹੋਈ ਹੈ, ਕਿਉਂਕਿ ਇੱਕ ਸੁਪਨਾ ਟੁੱਟਦਾ ਹੈ, ਉਮੀਦਾਂ ਟੁੱਟਦੀਆਂ, ਹਰੇਕ ਤੋਂ ਉਮੀਦ ਟੁੱਟਦੀ ਹੈ ਤੇ ਬੜਾ ਤਕਲੀਫ ਹੁੰਦੀ ਹੈ। ਇਹੀ ਅਰਦਾਸ ਹੈ ਕਿ ਹੋਪਸੋ ਸਭ ਬੈਸਟ ਹੋਵੇਗਾ ਤੇ ਤੁਹਾਨੂੰ ਤੁਹਾਡਾ ਹੱਕ ਮਿਲੇਗਾ। ਸਰਕਾਰ ਦੇ ਪੱਖ ਤੋਂ ਨਹੀਂ ਕਹਿੰਦੇ, ਕਾਨੂੰਨ ਹਜੇ ਵੀ ਕਿਤੇ ਨਾ ਹੈਗਾ, ਕਾਨੂੰਨ ਦੇ ਪੱਖ ਤੋਂ। ਬਹੁਤ ਬਹੁਤ ਲੈਟਸ ਹੋਪ। ਥੈਂਕ ਯੂ ਜੀ, ਥੈਂਕ ਯੂ। ਸੋ ਅਰਵਿੰਦ ਜੋਸ਼ੀ ਸਾਡੇ ਨਾਲ ਸੀਗੇ। ਅਰਵਿੰਦਰ ਜੀ ਨੇ ਚਰਚਾ ਕੀਤੀ ਆ ਕਿ ਕਿਸ ਤਰੀਕੇ ਨਾਲ ਉਹਨਾਂ ਨਾਲ ਜਿਹੜਾ ਧੋਖਾਧੜੀ ਹੁੰਦੀ ਆ। ਇੱਕ ਮਕਾਨ ਹੁੰਦਾ ਉਹਨਾਂ ਦਾ 40 ਸਾਲ ਪੁਰਾਣਾ, ਉਹਨਾਂ ਦਾ ਮਕਾਨ ਸੀਗਾ, ਇੱਥੇ ਆਪਣਾ ਘਰ ਸੀਗਾ। ਉਹ ਘਰ ਮਾਨਸਾ ਜ਼ਿਲ੍ਹੇ ਦੇ ਵਿੱਚ ਸੀਗਾ, ਜਿੱਥੇ ਕਿ ਜਦ ਇਹ ਬਾਹਰ ਚਲੇ ਜਾਂਦੇ ਨੇ ਤਾਂ ਕਰੋਨਾ ਦਾ ਫਾਇਦਾ ਉਠਾ ਕੇ, ਜਾਂ ਲਾਓ ਵੀ ਇਹਨਾਂ ਨੇ ਵਾਪਸੀ ਨਾਲ ਉਹਦਾ ਫਾਇਦਾ ਲੈ ਕੇ, ਜਿਹੜੇ ਕੁਝ ਕੁ ਲੋਕ ਨੇ ਜਿਹੜੇ ਜਿਸ ਤਰੀਕੇ ਨਾਲ ਦੱਸ ਰਹੇ ਕਿ ਮੌਜੂਦਾ ਸਰਕਾਰ ਨਾਲ ਮਿਲੇ ਹੋ ਸਕਦੇ ਆ, ਕਿਉਂਕਿ ਉਹਨਾਂ ਦੀ ਸ਼ਹਿਰ ਦੇ ਉੱਤੇ ਸਾਰਾ ਕੰਮ ਹੋਇਆ, ਤੇ ਉਹ ਜਿਹੜਾ ਮਕਾਨ ਢਾਹ ਲੈਂਦੇ ਨੇ। ਹਾਲਾਂਕਿ ਕੋਰਟ ਦੇ ਆਰਡਰ ਜਿਹੜੇ ਇਹਨਾਂ ਦੇ ਹੱਕ 'ਚ ਹੁੰਦੇ ਨੇ, ਫਿਰ ਵੀ ਇਹਨਾਂ ਦਾ ਧੱਕਾ ਹੋ ਜਾਂਦਾ ਹੈ। ਐਨਆਰਆਈ ਨੇ, ਐਨਆਰਆਈਆਂ ਨਾਲ ਧੱਕਾ ਲਗਾਤਾਰ ਹੋ ਰਿਹਾ। ਮਾਨ ਸਰਕਾਰ ਦਾਅਵੇ ਵਾਅਦੇ ਕਰਦੀ ਹੈ ਕਿ ਐਨਆਰਆਈਆਂ ਨਾਲ ਧੱਕਾ ਨਹੀਂ ਹੋਣ ਦੇਵਾਂਗੇ, ਐਨਆਰਆਈਆਂ ਲਈ ਸੁਖਾਲਾ ਰੱਖਾਂਗੇ ਸਿਸਟਮ ਨੂੰ, ਐਨਆਰਆਈ ਬੜੀ ਤੇਜ਼ੀ ਨਾਲ ਵਰਕ ਕਰ ਸਕਦੇ ਆ। ਪਰ ਜਿਸ ਤਰੀਕੇ ਨਾਲ ਐਨਆਰਆਈਆਂ ਨਾਲ ਇਦਾਂ ਦੀਆਂ ਕਾਰਵਾਈਆਂ ਜੇ ਹੋ ਰਹੀਆਂ ਨੇ, ਬੜੇ ਦੁਖਦਾਇਕ ਤੇ ਤਕਲੀਫ ਵਾਲੀਆਂ ਹੁੰਦੀਆਂ ਨੇ, ਜੋ ਅਸੀਂ ਇਸ ਸਮੇਂ ਹੁਣੇ ਇਹਨਾਂ ਨਾਲ ਗੱਲ ਕਰਦੇ ਹੋਏ ਮਹਿਸੂਸ ਵੀ ਕੀਤੀ ਆ। ਭਰੇ ਮਨ ਵਾਲੇ ਸਾਡੇ ਨਾਲ ਚਰਚਾ ਕਰ ਰਹੇ ਸੀਗੇ। ਸੋ ਐਨਆਰਆਈ ਜਦ ਵੀ ਆਪਣੀ ਇੱਥੇ ਕੋਈ ਪ੍ਰਾਪਰਟੀ ਰੱਖਦੇ ਨੇ ਤਾਂ ਉਸ ਦੀ ਦੇਖ ਰੇਖ ਜ਼ਰੂਰ ਰੱਖਣ, ਕਿਉਂਕਿ ਜਿਹੜੇ ਇੱਥੇ ਲੋਕ ਨੇ ਪ੍ਰਾਪਰਟੀ ਦੇ ਮਾਫੀਆ ਦਾ ਕੰਮ ਕਰਦੇ ਨੇ, ਜਦ ਹੀ ਕਿਸੇ ਨਾ ਕਿਸੇ ਤਰੀਕੇ ਦਾ ਮੌਕਾ ਲੱਭਦੇ ਰਹਿੰਦੇ ਕਿ ਕਦ ਉੱਥੇ ਕਬਜ਼ਾ ਜਿਹੜਾ ਉਹ ਕੀਤਾ ਜਾ ਸਕੇ। ਜਿਸ ਤਰੀਕੇ ਨਾਲ ਅਰਵਿੰਦ ਜੋਸ਼ੀ ਹੋਣਾ ਦੀ ਪ੍ਰਾਪਰਟੀ ਤੇ ਜਿਹੜਾ ਉਹ ਕਬਜ਼ਾ ਹੋ ਗਿਆ ਹੈ, ਜਿਹਨਾਂ ਨਾਲ ਅਸੀਂ ਅੱਜ ਹੁਣ ਚਰਚਾ ਵੀ ਕੀਤੀ ਹੈ। ਸੋ ਤੁਸੀਂ ਦੇਖ ਰਹੇ ਟੀਵੀ ਪੰਜਾਬ, ਮੈਂ ਤੁਹਾਡਾ ਜਸਪ੍ਰੀਤ ਸਿੰਘ ਆਸ਼ਕ।